ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕਿਊਬੈਕ ਦੇ ਵਿੱਚ ਆਮ ਲੋਕਾਂ ਨੂੰ ਅਗਲੇ ਹਫ਼ਤੇ ਲੱਗਣਗੇ ਟੀਕੇ। 84 ਸਾਲ ਅਤੇ ਵੱਧ ਉਮਰ ਵਾਲਿਆਂ ਨੂੰ ਲਗਾਏ ਜਾਣਗੇ ਟੀਕੇ। ਅਲਬਰਟਾ ਵਾਸੀਆਂ ਨੂੰ ਨਹੀਂ ਮਿਲੇਗੀ ਕੋਰੋਨਾ ਪਾਬੰਦੀਆਂ ਤੋਂ ਰਾਹਤ। 1 ਮਾਰਚ ਬਾਅਦ ਹੀ ਆਵੇਗਾ ਫੈਸਲਾ। ਟਰੂਡੋ ਨੇ ਦਿੱਤੀਆਂ ਖੇਤੀਬਾੜੀ ਦਿਵਸ ਦੀਆਂ ਵਧਾਈਆਂ। ਖੇਤੀਬਾੜੀ ਦੇ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਕੀਤਾ ਧੰਨਵਾਦ। ਐਕਸਪ੍ਰੈਸ ਐਂਟਰੀ ਵਾਲਿਆਂ ਦੇ ਲਈ ਖੁਸ਼ਖਬਰੀ, ਸਕਿਲਡ ਵਰਕਰਸ ਵੀ ਕਰ ਸਕਦੇ ਨੇ ਅਪਲਾਈ। ਸਰੀ 'ਚ ਅਪ੍ਰੈਲ ਤੋਂ ਸਤੰਬਰ ਤੱਕ ਵੱਡੇ ਪੱਧਰ ਤੇ ਲੱਗਣਗੇ ਟੀਕੇ। 4 ਸੈਂਟਰਾਂ ਦੀ ਹੋਈ ਟੀਕੇ ਲਗਾਉਣ ਦੇ ਲਈ ਚੋਣ। ਕਿਊਬੈਕ ਦੇ ਵਿੱਚ ਅਗਲੇ ਹਫ਼ਤੇ ਤੋਂ 84 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਕੋਰੋਨਾ ਵਾਇਰਸ ਦਾ ਜਾਣੀ ਕਿ ਕੋਰੋਨਾ ਵੈਕਸੀਨ ਲਗਾਇਆ ਜਾਵੇਗਾ। ਦੱਸ ਦਈਏ ਕਿ ਇਸ ਸਮੇਂ ਜੋ ਫਰੰਟ ਲਾਈਨ ਵਰਕਰਸ ਵਾਰੀਅਰਸ ਹਨ ਉਹਨਾਂ ਨੂੰ ਹੀ ਕੋਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਸੀ, ਪਰ ਹੁਣ ਪ੍ਰੀਮੀਅਰ ਵੱਲੋਂ ਜੋ 84 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਸ਼ਾਟ ਲਗਾਉਣ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਨਾਲ ਇਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਅਗਲੇ ਹਫ਼ਤੇ ਤੋਂ ਕਿਊਬੈਕ ਦੇ ਵਿੱਚ 84 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਈ ਜਾਵੇਗੀ। ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਕੋਵਿਡ-19 ਦੇ ਹਾਲਾਤਾਂ ਬਾਰੇ ਜਾਣੂ ਕਰਵਾਉਂਦਿਆਂ ਪ੍ਰੀਮੀਅਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਪਹਿਲਾਂ ਇੱਥੇ ਲੌਂਗ ਟਰਮ ਕੇਅਰ ਹੋਮਸ, ਸੀਨੀਅਰ ਹੋਮਸ ਅਤੇ ਹੈਲਥ ਕੇਅਰ ਵਰਕਰਸ ਨੂੰ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ। ਇੱਥੋਂ ਦੀ 4% ਤੋਂ ਘੱਟ ਆਬਾਦੀ ਨੂੰ ਕੋਵਿਡ ਵੈਕਸੀਨ ਸ਼ਾਟਸ ਲਗਾਏ ਜਾ ਚੁੱਕੇ ਹਨ। ਮੌਂਟਰੀਅਲ ਤੋਂ ਇਸ ਦੀ ਸ਼ੁਰੂਆਤ ਹੋਵੇਗੀ। ਨਾਲ ਹੀ ਦੱਸ ਦਈਏ ਕਿ ਕਿਊਬੈਕ ਵਾਸੀ ਆਪਣੇ ਕੋਵਿਡ ਸ਼ਾਟ ਲਗਵਾਉਣ ਦੇ ਲਈ ਅਪਾਇੰਟਮੈਂਟਸ ਲੈ ਸਕਦੇ ਹਨ। ਜਿਨ੍ਹਾਂ ਕੋਲ ਇੰਟਰਨੈਟ ਐਕਸੈਸ ਨਹੀਂ ਹੈ ਉਹ 1877-644-4545 ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦਾ ਹੈ। ਇਸ ਮੌਕੇ ਪ੍ਰੀਮੀਅਰ ਨੇ ਕਿਹਾ ਹੈ ਕਿ ਇਹ ਇੱਕ ਚੰਗੀ ਖਬਰ ਹੈ ਕਿਉਂਕਿ ਕੋਰੋਨਾ ਦੇ ਖਿਲਾਫ ਵੈਕਸੀਨ ਇੱਕ ਬਹੁਤ ਵੱਡੀ ਉਮੀਦ ਹੈ। ਉਧਰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਇੱਥੇ ਗੱਲ ਕਰੀਏ ਤਾਂ ਓਨਟਾਰੀਓ ਤੋਂ 975 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਰਿਕਾਰਡ ਕੀਤੇ ਗਏ ਅਤੇ 12 ਮੌਤਾਂ ਇਸ ਵਾਇਰਸ ਦੇ ਕਾਰਨ ਇੱਥੇ ਦਰਜ ਕੀਤੀਆਂ ਗਈਆਂ। ਟੋਰਾਂਟੋ ਤੋਂ 343, ਪੀਲ ਰੀਜਨ ਤੋਂ 186, ਯਾਰਕ ਰੀਜਨ ਤੋਂ 99 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਿਊਬੈਕ ਤੋਂ 739 ਮਾਮਲੇ ਸਾਹਮਣੇ ਆਏ ਅਤੇ 13 ਲੋਕਾਂ ਦੀ ਇਸ ਵਾਇਰਸ ਦੇ ਕਰਕੇ ਜਾਨ ਚਲੀ ਗਈ। ਮੈਨੀਟੋਬਾ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਇੱਕ ਹੋਰ ਯੂਕੇ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਦੀ ਪੁਸ਼ਟੀ ਹੋਈ ਹੈ। ਇੱਥੇ 76 ਕੋਰੋਨਾ ਵਾਇਰਸ ਦੇ ਮਾਮਲੇ ਆਏ ਅਤੇ ਅੱਜ ਕੋਈ ਵੀ ਮੌਤ ਇਸ ਕੋਰੋਨਾ ਵਾਇਰਸ ਦੇ ਕਰਕੇ ਇੱਥੇ ਰਿਕਾਰਡ ਨਹੀਂ ਕੀਤੀ ਗਈ। ਕੈਨੇਡਾ ਦੇ ਵਿੱਚ ਹੁਣ ਤੱਕ ਕੁੱਲ 8,51,000 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 21,751 ਜਾਨਾਂ ਇਸ ਵਾਇਰਸ ਦੇ ਕਾਰਨ ਪੂਰੇ ਕੈਨੇਡਾ ਦੇ ਵਿੱਚ ਚਲੀਆਂ ਗਈਆਂ। 7,99,000 ਉਹ ਮਰੀਜ਼ ਹਨ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਅਲਬਰਟਾ ਵਾਸੀ ਜੋ ਇੰਤਜ਼ਾਰ ਕਰ ਰਹੇ ਸੀ ਕਿ ਕੋਵਿਡ-19 ਦੇ ਕਰਕੇ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਕਦੋਂ ਢਿੱਲ ਦਿੱਤੀ ਜਾਵੇਗੀ, ਇਸ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 1 ਮਾਰਚ ਤੋਂ ਪਹਿਲਾਂ ਇਸ ਦੇ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਜਾਵੇਗਾ ਕਿ ਅਲਬਰਟਾ ਵਾਸੀਆਂ ਨੂੰ ਢਿੱਲ ਦਿੱਤੀ ਜਾਏਗੀ ਜਾਂ ਫਿਰ ਹੋਰ ਜ਼ਿਆਦਾ ਸਖਤੀਆਂ ਕੀਤੀਆਂ ਜਾਣਗੀਆਂ। 1 ਮਾਰਚ ਤੋਂ ਬਾਅਦ ਹੀ ਇਸ ਦੇ ਉੱਪਰ ਫੈਸਲਾ ਲਿਆ ਜਾਵੇਗਾ। ਅਲਬਰਟਾ ਵੱਲੋਂ ਕੋਵਿਡ-19 ਦੇ ਕਰਕੇ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਢਿੱਲ ਨਾ ਦੇਣ ਦੇ ਸੰਕੇਤ ਦਿੱਤੇ ਜਾ ਰਹੇ ਹਨ। ਮਾਰਚ 1 ਤੱਕ ਇੱਥੇ ਪਾਬੰਦੀਆਂ ਦੇ ਵਿੱਚ ਰਾਹਤ ਦਾ ਕੋਈ ਵੀ ਵਿਚਾਰ ਨਹੀਂ ਹੈ। ਇਹ ਕਹਿਣਾ ਹੈ ਇੱਥੋਂ ਦੀ ਟਾਪ ਡਾਕਟਰ ਦਾ। ਪਿਛਲੇ ਕੁਝ ਸਮੇਂ ਤੋਂ ਜੋ ਕੇਸਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਅਜਿਹੇ ਦੇ ਵਿੱਚ ਅਲਬਰਟਾ ਮਾਰਚ 1 ਤੱਕ ਕੋਈ ਵੀ ਐਲਾਨ ਨਹੀਂ ਕਰੇਗਾ ਕਿ ਇੱਥੇ ਰਿਸਟ੍ਰਿਕਸ਼ਨਸ ਨੂੰ ਜਾਰੀ ਰੱਖਿਆ ਜਾਵੇਗਾ, ਕੋਈ ਢਿੱਲ ਦਿੱਤੀ ਜਾਵੇਗੀ ਜਾਂ ਫਿਰ ਹੋਰ ਸਖਤੀ ਕੀਤੀ ਜਾਵੇਗੀ। ਇੱਕ ਕਾਨਫਰੰਸ ਦੇ ਦੌਰਾਨ ਡਾਕਟਰ ਡੀਨਾ ਵੱਲੋਂ ਦੱਸਿਆ ਗਿਆ, ਉਹਨਾਂ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਮਾਰਚ 1 ਤੋਂ ਬਾਅਦ ਹੀ ਪ੍ਰੋਵਿੰਸ ਵੱਲੋਂ ਐਲਾਨ ਕੀਤਾ ਜਾਵੇਗਾ ਕਿ ਇੱਥੇ ਕੋਵਿਡ ਕਰਕੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਜਾਰੀ ਰੱਖਿਆ ਜਾਵੇਗਾ ਜਾਂ ਫਿਰ ਇਸ ਦੇ ਵਿੱਚ ਕੋਈ ਰਾਹਤ ਦਿੱਤੀ ਜਾਵੇਗੀ। ਇਹ ਫੈਸਲਾ ਕੋਵਿਡ-19 ਦੇ ਅੰਕੜੇ ਨੂੰ ਜਾਣੀ ਕਿ ਪ੍ਰੋਵਿੰਸ ਦੇ ਵਿੱਚ ਜੋ ਕੋਰੋਨਾ ਦਾ ਪ੍ਰਭਾਵ ਹੈ ਉਸ ਨੂੰ ਦੇਖਣ ਤੋਂ ਬਾਅਦ ਹੀ ਲਿਆ ਜਾਵੇਗਾ। ਦੱਸ ਦਈਏ ਕਿ ਇਸ ਸਮੇਂ 4,675 ਦੇ ਕਰੀਬ ਐਕਟਿਵ ਮਾਮਲੇ ਅਲਬਰਟਾ ਦੇ ਵਿੱਚ ਹਨ। ਹਸਪਤਾਲ ਦੇ ਵਿੱਚ 324 ਦੇ ਕਰੀਬ ਮਰੀਜ਼ ਹਨ। ਇਹਨਾਂ ਵਿੱਚੋਂ 53 ਮਰੀਜ਼ ICU ਦੇ ਵਿੱਚ ਹਨ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 1,843 ਲੋਕਾਂ ਦੀ ਜਾਨ ਜਾ ਚੁੱਕੀ ਹੈ। 299 ਦੇ ਕਰੀਬ ਅਲਬਰਟਾ ਦੇ ਵਿੱਚ ਕੋਵਿਡ ਵੇਰੀਐਂਟ ਦੇ ਨਾਲ ਜੁੜੇ ਹੋਏ ਮਾਮਲੇ ਹਨ।
ਜਿਨ੍ਹਾਂ ਵਿੱਚੋਂ 116 ਕੈਲਗਰੀ ਜ਼ੋਨ ਦੇ ਨਾਲ ਸੰਬੰਧਿਤ ਨੇ ਤੇ 110 ਐਡਮੌਂਟਨ ਜ਼ੋਨ ਦੇ ਨਾਲ ਸੰਬੰਧਿਤ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਐਗਰੀਕਲਚਰ ਡੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਉਹਨਾਂ ਦੇ ਨਾਲ ਐਗਰੀਕਲਚਰਲ ਮਿਨਿਸਟਰ ਵੀ ਮੌਜੂਦ ਸੀ, ਜਿਨ੍ਹਾਂ ਨੇ तमाम ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਖੇਤੀਬਾੜੀ ਦੇ ਲਈ ਯੋਗਦਾਨ ਪਾਇਆ। ਕੈਨੇਡਾ ਦੇ ਵਿੱਚ ਅੱਜ ਕੈਨੇਡੀਅਨ ਖੇਤੀਬਾੜੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਆਖੀ ਗਈ ਹੈ। ਇਸ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੇ ਵਿੱਚ ਜੋ ਖੇਤੀਬਾੜੀ 'ਚ ਯੋਗਦਾਨ ਪਾਉਂਦੇ ਨੇ ਜਾਣੀ ਕਿ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਕੈਨੇਡਾ ਦੀ ਐਗਰੀਕਲਚਰ ਮਿਨਿਸਟਰ ਜਾਣੀ ਕਿ ਖੇਤੀਬਾੜੀ ਮੰਤਰੀ ਵੀ ਮੌਜੂਦ ਸੀ, ਜਿਨ੍ਹਾਂ ਵੱਲੋਂ तमाम ਕੈਨੇਡੀਅਨਸ ਨੂੰ ਕੈਨੇਡੀਅਨ ਐਗਰੀਕਲਚਰ ਡੇ ਦੀਆਂ ਵਧਾਈਆਂ ਦਿੱਤੀਆਂ ਗਈਆਂ। Alors, bienvenue, Monsieur le Premier ministre. Donc, je vous présente officiellement Kelly. To me, when I think about what agriculture means, it's our deep heritage and our roots that we have within our industry. And that's something that's incredibly important to me. And I really appreciate the fact that we get that we're going to spend a day, take a moment to celebrate the people that are in our industry. And they are truly what makes this industry strong. And one of the things that I think has been really interesting through this pandemic is the number of people who are paying attention and no longer taking for granted the extraordinary producers that put food on our tables every single day. I think we probably want to get into seeing the tour a little bit. So that's what you'd see if you were actually here and got to pull up in your SUV. To the south here is some of our cow herd. They're eating some of that hay that I'm very proud that we produce ourselves. We also have my pen of replacement heifers. They're to Caitlin's left, and they'll become cows next year. They'll be bred this summer. So there's my daughter Aubrey. She's working with her heifer Phoebe there. Do you want to say hi, babe? Hi, Audrey. So I wish you could be here live and in person because in the summertime it's gorgeous. We've got green hills I can see it. Thanks so much. Thank you. Bye. ਐਕਸਪ੍ਰੈਸ ਐਂਟਰੀ ਡਰਾਅ ਦੇ ਬਾਰੇ ਵਿੱਚ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਇਸ ਦੇ ਵਾਸਤੇ ਜਿਹੜੇ ਸਕਿਲਡ ਵਰਕਰਸ ਨੇ ਉਹ ਵੀ ਅਪਲਾਈ ਕਰ ਸਕਦੇ ਹਨ। ਹਾਲ ਹੀ ਦੇ ਵਿੱਚ ਕੈਨੇਡਾ ਵੱਲੋਂ ਸਭ ਤੋਂ ਵੱਡੇ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਤਹਿਤ 27,332 ਉਮੀਦਵਾਰਾਂ ਨੂੰ ਇਕੱਠਿਆਂ ਪੀਆਰ ਦੇ ਵਾਸਤੇ ਇਨਵੀਟੇਸ਼ਨ ਦਿੱਤੇ ਗਏ ਅਤੇ ਹੁਣ ਇਹ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ ਕਿ ਸਕਿਲਡ ਵਰਕਰਸ ਵੀ ਇਸ ਵਾਸਤੇ ਅਪਲਾਈ ਕਰ ਸਕਦੇ ਨੇ। ਹਾਲ ਹੀ ਦੇ ਵਿੱਚ ਕੈਨੇਡਾ ਵੱਲੋਂ ਹੁਣ ਤੱਕ ਦੇ ਸਭ ਤੋਂ ਵੱਡੇ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 27,332 ਉਮੀਦਵਾਰਾਂ ਨੂੰ ਪੀਆਰ ਦੇ ਵਾਸਤੇ ਸੱਦੇ ਜਾਰੀ ਕੀਤੇ ਗਏ ਅਤੇ ਹੁਣ ਐਕਸਪ੍ਰੈਸ ਐਂਟਰੀ ਦੇ ਉਮੀਦਵਾਰਾਂ ਲਈ ਜਾਣੀ ਕਿ ਕੈਂਡੀਡੇਟਸ ਦੇ ਲਈ ਇੱਕ ਰਾਹਤ ਭਰੀ ਖੁਸ਼ਖਬਰੀ ਸਾਹਮਣੇ ਆਈ ਹੈ। ਇਸ ਦੇ ਤਹਿਤ ਹੁਣ ਜਾਣੀ ਕਿ ਐਕਸਪ੍ਰੈਸ ਐਂਟਰੀ ਦੇ ਤਹਿਤ ਸਕਿਲਡ ਵਰਕਰਸ ਵੀ ਅਪਲਾਈ ਕਰ ਸਕਦੇ ਹਨ। ਸਕਿਲਡ ਵਰਕਰਸ ਜੋ ਕੈਨੇਡਾ ਜਾ ਕੇ ਕੈਨੇਡੀਅਨ ਪੀਆਰ ਹਾਸਲ ਕਰਨਾ ਚਾਹੁੰਦੇ ਹਨ, ਉਹਨਾਂ ਦੇ ਲਈ ਐਕਸਪ੍ਰੈਸ ਐਂਟਰੀ ਦਾਖਲ ਹੋਣ ਦਾ ਚੰਗਾ ਮੌਕਾ ਹੈ। 2021 ਤੋਂ 2023 ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਕੈਨੇਡਾ ਦਾ ਇਸ ਸਮੇਂ ਮੁੱਖ ਮਕਸਦ 1,10,000 ਲੋਕਾਂ ਨੂੰ ਕੈਨੇਡਾ ਦੇ ਵਿੱਚ ਐਕਸਪ੍ਰੈਸ ਐਂਟਰੀ ਡਰਾਅ ਦੇ ਰਾਹੀਂ ਦਾਖਲਾ ਦੇਣਾ ਹੈ। ਇਸ ਦੇ ਤਹਿਤ IRCC ਵੱਲੋਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਦੇ ਤਹਿਤ ਸਕਿਲਡ ਜਾਣੀ ਕਿ ਹੁਨਰਮੰਦ ਕੈਂਡੀਡੇਟਸ ਦੇ ਲਈ ਐਕਸਪ੍ਰੈਸ ਐਂਟਰੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਐਕਸਪ੍ਰੈਸ ਐਂਟਰੀ ਦੇ ਵਿੱਚ ਦਾਖਲ ਹੋਣ ਦੇ ਲਈ 2 ਪੜਾਅ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਬਹੁਤ ਹੀ ਜ਼ਰੂਰੀ ਹੈ। ਜਿਨ੍ਹਾਂ ਕੈਂਡੀਡੇਟਸ ਨੂੰ ਜੋ ਦੱਸੇ ਗਏ ਸਕਿਲਡ ਹਨ, ਉਹਨਾਂ ਦਾ ਤਜਰਬਾ ਹੈ, ਉਹਨਾਂ ਨੂੰ IRCC ਦੀ ਵੈਬਸਾਈਟ ਦੇ ਉੱਪਰ ਆਪਣੀ ਪ੍ਰੋਫਾਈਲ ਅਪਲੋਡ ਕਰਨੀ ਹੋਵੇਗੀ। ਉਸ ਤੋਂ ਬਾਅਦ ਉਹਨਾਂ ਨੂੰ ਏਜ, ਐਜੂਕੇਸ਼ਨ, ਲੈਂਗੁਏਜ ਅਤੇ ਸਕਿਲਸ ਜਾਣੀ ਕਿ ਕੰਮ ਦੇ ਤਜਰਬੇ ਦੇ ਆਧਾਰ ਦੇ ਉੱਪਰ CRS ਸਕੋਰ ਦਿੱਤੇ ਜਾਣਗੇ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਘੱਟੋ ਘੱਟ 741 ਸਕੋਰ ਹਾਸਲ ਕਰਨ ਵਾਲੇ 372 PNP ਉਮੀਦਵਾਰਾਂ ਨੂੰ ਬੁਲਾਇਆ ਜਾ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਕੈਂਡੀਡੇਟਸ ਨੂੰ 141 CRS ਸਕੋਰਸ ਦੀ ਜ਼ਰੂਰਤ ਹੈ। ਦੱਸਿਏ ਕਿ ਐਕਸਪ੍ਰੈਸ ਐਂਟਰੀ ਵੱਲੋਂ ਹਰ ਦੂਸਰੇ ਹਫ਼ਤੇ ਡਰਾਅ ਦਾ ਐਲਾਨ ਕੀਤਾ ਜਾਂਦਾ ਹੈ, ਜਿਸ ਦੇ ਤਹਿਤ ਕੈਂਡੀਡੇਟਸ ਨੂੰ PR ਦੇ ਵਾਸਤੇ ਸੱਦੇ ਜਾਰੀ ਕੀਤੇ ਜਾਂਦੇ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਿਸ ਵੱਲੋਂ PNP ਡਰਾਅ ਵੀ ਐਲਾਨ ਕੀਤੇ ਜਾਂਦੇ ਨੇ, ਜਿਸ ਦੇ ਤਹਿਤ ਵੀ ਕੈਂਡੀਡੇਟਸ ਨੂੰ ਜਾਣੀ ਕਿ ਉਮੀਦਵਾਰਾਂ ਨੂੰ ਸੱਦੇ ਦਿੱਤੇ ਜਾਂਦੇ ਨੇ।
ਸਰੀ ਤੋਂ ਇੱਕ ਵੈਕਸੀਨੇਸ਼ਨ ਦੇ ਬਾਰੇ ਵਿੱਚ ਅਪਡੇਟ ਸਾਹਮਣੇ ਆਈ ਹੈ, ਜਿੱਥੇ 4 ਰੀਕ੍ਰੀਏਸ਼ਨ ਸੈਂਟਰਾਂ ਦੀ ਚੋਣ ਕੀਤੀ ਗਈ ਹੈ। 11 ਸੈਂਟਰਾਂ ਵਿੱਚੋਂ ਜਿੱਥੇ ਵੱਡੇ ਪੱਧਰ ਦੇ ਉੱਪਰ ਕਰੋਨਾ ਟੀਕੇ ਲਗਾਏ ਜਾਣਗੇ। ਦੱਸੀਏ ਕਿ ਅਪ੍ਰੈਲ ਤੋਂ ਸਤੰਬਰ 2021 ਦੇ ਦਰਮਿਆਨ ਇੱਥੇ ਸਭ ਤੋਂ ਵੱਧ ਲੋਕਾਂ ਨੂੰ ਜਾਣੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਟੀਚਾ ਰੱਖਿਆ ਗਿਆ ਹੈ ਕਰੋਨਾ ਵੈਕਸੀਨ ਸ਼ਾਟਸ ਲਗਾਉਣ ਦਾ। ਸਰੀ ਦੇ 4 ਰੀਕ੍ਰੀਏਸ਼ਨ ਸੈਂਟਰਸ ਦੀ ਚੋਣ ਮਾਸ ਵੈਕਸੀਨੇਸ਼ਨ ਸਾਈਟਸ ਦੇ ਲਈ ਕੀਤੀ ਗਈ ਹੈ। 11 ਸੈਂਟਰਾਂ ਦੇ ਵਿੱਚੋਂ 4 ਸੈਂਟਰਸ ਦੀ ਚੋਣ ਵੱਡੇ ਪੱਧਰ ਦੇ ਉੱਪਰ ਟੀਕੇ ਲਗਵਾਉਣ ਦੇ ਲਈ ਕੀਤੀ ਗਈ। ਅਪ੍ਰੈਲ ਤੋਂ ਸਤੰਬਰ 2021 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਹਿਸਟਰੀ ਦਾ ਸਭ ਤੋਂ ਵੱਡਾ ਇਮਿਊਨਾਈਜੇਸ਼ਨ ਪ੍ਰੋਗਰਾਮ ਇੱਥੇ ਚਲਾਇਆ ਜਾਵੇਗਾ। ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਇਰਾਦਾ 4.3 ਮਿਲੀਅਨ ਲੋਕਾਂ ਨੂੰ ਵੈਕਸੀਨ ਜਾਣੀ ਕਿ ਟੀਕਾ ਲਗਾਉਣ ਦਾ ਹੈ। ਇਹਨਾਂ 4 ਸੈਂਟਰਸ ਜਿਨ੍ਹਾਂ ਦੀ ਚੋਣ ਕੀਤੀ ਗਈ ਉਹਨਾਂ ਦੇ ਨਾਮ ਹਨ ਕਲੇਟਨ ਰੀਕ੍ਰੀਏਸ਼ਨ ਸੈਂਟਰ, ਕਲੋਵਰਡੇਲ ਰੀਕ੍ਰੀਏਸ਼ਨ ਸੈਂਟਰ, ਗਿਲਡਫੋਰਡ ਰੀਕ੍ਰੀਏਸ਼ਨ ਸੈਂਟਰ ਅਤੇ ਸਾਊਥ ਸਰੀ ਰੀਕ੍ਰੀਏਸ਼ਨ ਐਂਡ ਆਰਟਸ ਸੈਂਟਰ। ਦੱਸੀਏ ਕਿ ਅਪ੍ਰੈਲ ਤੋਂ ਨਵੰਬਰ ਤੱਕ ਫਰੇਜ਼ਰ ਹੈਲਥ ਵੱਲੋਂ ਹਰ ਦਿਨ 27,500 ਡੋਜ਼ ਵੈਕਸੀਨ ਦੀਆਂ ਡਿਲੀਵਰ ਕੀਤੀਆਂ ਜਾਣਗੀਆਂ। ਮਾਰਚ ਦੇ ਵਿੱਚ ਸੌਫਟ ਲਾਂਚ ਦੀ ਪਲੈਨਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਹੈਲਥ ਅਥਾਰਟੀ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਨਫੋਰਮੇਸ਼ਨ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਫਰੇਜ਼ਰ ਹੈਲਥ ਰੀਜਨ ਦੇ ਕੋਲ 1.8 ਮਿਲੀਅਨ ਲੋਕ ਟੀਕਾ ਲਗਾਉਣ ਵਾਸਤੇ ਐਲੀਜੀਬਲ ਹਨ, ਜਿਨ੍ਹਾਂ ਵਿੱਚੋਂ 31% ਸਰੀ ਦੇ ਵਿੱਚ ਰਹਿੰਦੇ ਹਨ। ਸੋ ਇੱਕ ਚੰਗੀ ਖਬਰ ਸਰੀ ਵਾਲਿਆਂ ਦੇ ਲਈ ਸਾਹਮਣੇ ਆਈ ਹੈ, ਜਿੱਥੇ ਇੱਥੋਂ ਦੇ 4 ਰੀਕ੍ਰੀਏਸ਼ਨ ਸੈਂਟਰਸ ਦੀ ਚੋਣ ਕੀਤੀ ਗਈ ਹੈ, ਜਿੱਥੇ ਵੱਡੇ ਪੱਧਰ ਦੇ ਉੱਪਰ ਕੋਵਿਡ-19 ਵੈਕਸੀਨ ਜਾਣੀ ਕਿ ਟੀਕੇ ਲਗਾਏ ਜਾਣਗੇ। ਵੈਨਕੂਵਰ ਦੇ ਵਿੱਚ ਘਰਾਂ ਦੀ ਕੀਮਤਾਂ ਨੇ ਆਸਮਾਨ ਨੂੰ ਛੂਹਿਆ ਹੈ, ਕਿਉਂਕਿ ਇੱਥੇ ਹੁਣ ਲੋਕਾਂ ਦੇ ਲਈ ਘਰ ਖਰੀਦਣੇ ਕਾਫੀ ਜ਼ਿਆਦਾ ਮਹਿੰਗੇ ਪੈ ਰਹੇ ਹਨ। ਇੱਕ ਲਿਸਟ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਸਭ ਤੋਂ ਮਹਿੰਗੇ ਘਰਾਂ ਦੇ ਵਿੱਚ ਜਾਣੀ ਕਿ ਪ੍ਰਾਪਰਟੀ ਦੇ ਵਿੱਚ ਹਾਂਗਕਾਂਗ ਦਾ ਨੰਬਰ ਪਹਿਲਾ ਆਇਆ ਹੈ ਅਤੇ ਵੈਨਕੂਵਰ ਦੂਸਰੇ ਸਥਾਨ ਦੇ ਉੱਪਰ ਆਇਆ। ਬਾਕੀ ਸਾਰੀ ਜਾਣਕਾਰੀ ਜਾਣੀ ਕਿਹੜੇ ਦੇਸ਼ ਨੇ ਕਿਹੜਾ ਸਥਾਨ ਹਾਸਿਲ ਕੀਤਾ ਹੈ, ਕਿਸ ਤਰ੍ਹਾਂ ਪੂਰੀ ਲਿਸਟ ਕੱਢੀ ਗਈ ਹੈ, ਦੱਸਾਂਗੇ ਇਸ ਖਬਰ ਦੇ ਵਿੱਚ। ਵੈਨਕੂਵਰ ਦੇ ਘਰਾਂ ਦੀਆਂ ਕੀਮਤਾਂ ਨੇ ਆਸਮਾਨ ਨੂੰ ਛੂਹਿਆ ਹੈ। ਆਮ ਲੋਕਾਂ ਦੇ ਲਈ ਘਰ ਖਰੀਦਣੇ ਔਖੇ ਹੋਏ ਹਨ। ਜੀ ਹਾਂ, ਲੀਸਟ ਅਫੋਰਡੇਬਲ ਹਾਊਸਿੰਗ ਮਾਰਕੀਟ ਦੇ ਵਿੱਚ ਵੈਨਕੂਵਰ ਦਾ ਨੰਬਰ ਦੂਸਰੇ ਤੇ ਆਇਆ ਹੈ। ਲਗਾਤਾਰ 11ਵੇਂ ਸਾਲ ਹਾਂਗਕਾਂਗ ਵਿਸ਼ਵ ਦੀ ਲੀਸਟ ਅਫੋਰਡੇਬਲ ਹਾਊਸਿੰਗ ਮਾਰਕੀਟ ਬਣਿਆ ਰਿਹਾ। ਥਿੰਕ ਟੈਂਕਸ ਅਰਬਨ ਰਿਫਾਰਮ ਇੰਸਟੀਚਿਊਟ ਅਤੇ ਫਰੰਟੀਅਰ ਸੈਂਟਰ ਫਾਰ ਪਬਲਿਕ ਪਾਲਿਸੀ ਵੱਲੋਂ ਪਬਲਿਸ਼ ਕੀਤੀ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਵੈਨਕੂਵਰ, ਸਿਡਨੀ ਅਤੇ ਆਕਲੈਂਡ ਵਿਸ਼ਵ ਦੀ ਸਭ ਤੋਂ ਅਨਅਫੋਰਡੇਬਲ ਰੈਜ਼ੀਡੈਂਸ਼ੀਅਲ ਮਾਰਕੀਟ ਸੀ। ਹਾਂਗਕਾਂਗ ਦੀ ਮੀਡੀਅਨ ਪ੍ਰਾਪਰਟੀ ਦਾ ਰੇਟ ਘਟ ਕੇ 20.7 ਤੇ ਆ ਗਿਆ, ਜੋ ਪਿਛਲੇ ਸਾਲ 20.8 ਸੀ। ਇਸ ਦੇ ਵਿੱਚ ਹਲਕਾ ਫਰਕ ਦੇਖਿਆ ਗਿਆ ਹੈ। ਵੈਨਕੂਵਰ ਆਪਣੀ ਦੂਸਰੇ ਨੰਬਰ ਦੀ ਪੋਜੀਸ਼ਨ ਦੇ ਉੱਪਰ ਕਾਇਮ ਰਿਹਾ, ਜਿਸ ਦੀ ਮੀਡੀਅਨ ਪ੍ਰਾਪਰਟੀ ਵੱਧ ਕੇ 13 ਹੋ ਗਈ ਹੈ, ਜੋ ਕਿ 2019 ਦੇ ਵਿੱਚ 11.9 ਸੀ। ਇਸ ਲਿਸਟ ਦੇ ਵਿੱਚ ਸਿਡਨੀ ਦਾ ਨੰਬਰ ਤੀਸਰਾ ਹੈ, ਜਿਸ ਤੋਂ ਬਾਅਦ ਆਕਲੈਂਡ ਦੀ ਵਾਰੀ ਆਉਂਦੀ ਹੈ। ਪਿਛਲੇ ਸਾਲ ਇਸ ਲਿਸਟ ਦੇ ਵਿੱਚ ਆਕਲੈਂਡ ਦਾ 6ਵਾਂ ਸਥਾਨ ਸੀ। ਰਿਸਰਚਰਸ ਦੇ ਵੱਲੋਂ 92 ਮੈਟਰੋਪੋਲੀਟਨ ਏਰੀਆ, ਜੋ ਕਿ 8 ਦੇਸ਼ਾਂ ਦਾ ਹੈ, ਉਸ ਨੂੰ ਕਵਰ ਕੀਤਾ ਗਿਆ। ਇਸ ਦੇ ਵਿੱਚ US, ਆਸਟ੍ਰੇਲੀਆ ਅਤੇ ਕੈਨੇਡਾ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਦੇ ਵਿੱਚ 2020 ਦੇ 3rd ਕੁਆਰਟਰ ਦਾ ਡਾਟਾ ਇਸਤੇਮਾਲ ਕੀਤਾ ਗਿਆ ਹੈ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਸੈਕਰਾਮੈਂਟੋ ਦੇ ਇੱਕ ਸਟੋਰ ਦੇ ਵਿੱਚ ਗੋਲੀਆਂ ਚੱਲੀਆਂ ਅਤੇ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ। ਰੋਜ਼ੀ ਰੋਟੀ ਕਮਾਉਣ ਦੇ ਲਈ ਇਹ ਜਿਹੜਾ ਪੰਜਾਬੀ ਨੌਜਵਾਨ ਹੈ, ਜਿਸ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਗਿਆ, ਉਹ ਅਮਰੀਕਾ ਗਿਆ ਸੀ। ਸੈਕਰਾਮੈਂਟੋ ਦੇ ਇੱਕ ਸਟੋਰ ਦੇ ਵਿੱਚ ਉਹ ਕੰਮ ਕਰਦਾ ਸੀ। ਇੱਥੇ ਉਸ ਦੀ ਝੜਪ ਹੋਈ ਹੈ। ਉਸ ਤੋਂ ਬਾਅਦ ਜੋ ਗੋਲੀਆਂ ਚਲਾਈਆਂ ਗਈਆਂ ਅਤੇ ਇਸ ਦਾ ਕਤਲ ਕਰ ਦਿੱਤਾ ਗਿਆ। ਅਮਰੀਕਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਗੋਲੀਆਂ ਮਾਰ ਕੇ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ। ਇਸ ਪੰਜਾਬੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਦੇ ਤੌਰ ਦੇ ਉੱਪਰ ਦੱਸੀ ਗਈ। ਪੰਜਾਬ ਤੋਂ ਇਹ ਨੌਜਵਾਨ ਪਿੰਡ ਚਕੋਹੀ, ਹਲਕਾ ਖੰਨਾ ਦੇ ਨਾਲ ਸੰਬੰਧਿਤ ਸੀ। ਇਸ ਦੀ ਉਮਰ 31 ਸਾਲ ਦੱਸੀ ਗਈ ਅਤੇ ਇਸ ਦਾ ਨਾਮ ਗੁਰਪ੍ਰੀਤ ਸਿੰਘ ਪੱਪੀ ਹੈ, ਜਿਸ ਦੇ ਪਿਤਾ ਦਾ ਨਾਮ ਜਸਵੰਤ ਸਿੰਘ ਦੱਸਿਆ ਗਿਆ। ਅਮਰੀਕਾ ਦੇ ਸੈਕਰਾਮੈਂਟੋ ਦੇ ਵਿੱਚ ਗੋਲੀ ਮਾਰ ਕੇ ਇਸ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਜੋ ਜਾਣਕਾਰੀ ਮਿਲੀ ਹੈ, ਉਸ ਦੇ ਅਨੁਸਾਰ ਗੁਰਪ੍ਰੀਤ ਸਿੰਘ 7-11 ਨਾਮਕ ਸਟੋਰ ਦੇ ਵਿੱਚ ਕੰਮ ਕਰਦਾ ਸੀ। ਕੰਮ ਤੇ ਹੀ ਉਸ ਦੀ ਝੜਪ ਹੋਈ, ਉਸ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਦੇ ਕਾਰਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਹੋਰ ਜੋ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਗੁਰਪ੍ਰੀਤ ਸਿੰਘ ਮਹਿਜ਼ 2 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਅਮਰੀਕਾ ਗਿਆ ਸੀ। ਉੱਥੇ ਉਹ 7-11 ਨਾਮ ਦੇ ਇੱਕ ਸਟੋਰ ਦੇ ਉੱਪਰ ਨੌਕਰੀ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਝਗੜਾ ਹੋਇਆ ਅਤੇ ਗੁਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ।
ਗੁਰਪ੍ਰੀਤ ਸਿੰਘ ਦੇ ਕਤਲ ਦੀ ਜਦੋਂ ਸੂਚਨਾ ਪਿੰਡ ਦੇ ਵਿੱਚ ਪਹੁੰਚੀ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਨਾਸਾ ਵੱਲੋਂ ਆਪਣੇ ਮਿਸ਼ਨ ਦੇ ਤਹਿਤ ਜੋ ਰੋਵਰ ਮੰਗਲ ਗ੍ਰਹਿ ਦੇ ਉੱਪਰ ਭੇਜਿਆ ਗਿਆ, ਜਿਸ ਦਾ ਮਕਸਦ ਹੈ ਪਤਾ ਲਗਾਉਣਾ ਕਿ ਮੰਗਲ ਗ੍ਰਹਿ ਦੇ ਉੱਪਰ ਜੋ ਲਾਈਫ ਹੈ, ਜੀਵਨ ਹੈ, ਉਹ ਕਦੇ ਹੋਇਆ ਕਰਦਾ ਸੀ ਜਾਂ ਫਿਰ ਕਦੇ ਹੋ ਸਕਦਾ ਹੈ। ਇਸ ਦੇ ਬਾਰੇ तमाम ਜਾਣਕਾਰੀ ਹਾਸਲ ਕਰਨ ਦੇ ਲਈ ਇਹ ਰੋਵਰ ਗਿਆ ਹੈ। ਉੱਥੇ ਲੈਂਡਿੰਗ ਦੀ ਵੀਡੀਓ ਪਹਿਲੀ ਇਸ ਰੋਵਰ ਵੱਲੋਂ ਭੇਜੀ ਗਈ ਹੈ। ਇਸ ਦੇ ਵਿੱਚ ਜੋ ਹਵਾਵਾਂ ਦੀ ਆਵਾਜ਼ ਹੈ ਉਹ ਵੀ ਸਾਫ਼ ਸੁਣਾਈ ਦੇ ਰਹੀ ਹੈ। HD ਵੀਡੀਓ ਇਸ ਰੋਵਰ ਵੱਲੋਂ ਭੇਜੀ ਗਈ ਹੈ। ਪਿਛਲੇ ਦਿਨੀ ਨਾਸਾ ਵੱਲੋਂ ਭੇਜਿਆ ਗਿਆ ਪਰਸੀਵੀਅਰ ਯਾਨ ਜਾਨੀ ਕਿ ਪਰਸੀਵੀਅਰ ਰੋਵਰ ਮੰਗਲ ਗ੍ਰਹਿ ਦੇ ਉੱਪਰ ਲੈਂਡ ਕੀਤਾ। ਇਸ ਤੋਂ ਬਾਅਦ ਹੁਣ ਰੋਵਰ ਵੱਲੋਂ ਪਹਿਲੀ ਵੀਡੀਓ ਜਾਰੀ ਕੀਤੀ ਗਈ ਹੈ। ਜੀ ਹਾਂ, ਮੰਗਲ ਗ੍ਰਹਿ ਤੋਂ ਨਾਸਾ ਦੇ ਰੋਵਰ ਨੇ ਪਹਿਲੀ ਹਾਈ ਡੈਫੀਨੇਸ਼ਨ ਜਾਨੀ ਕਿ HD ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇਹ ਵੀਡੀਓ 3 ਮਿੰਟ ਦੀ ਹੈ। ਜਿਸ ਸਮੇਂ ਇਹ ਰੋਵਰ ਲੈਂਡ ਹੋਇਆ ਉਸ ਸਮੇਂ ਦੀ ਇਹ ਵੀਡੀਓ ਹੈ। ਇਸ ਦੇ ਵਿੱਚ ਹਵਾਵਾਂ ਦੇ ਚੱਲਣ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ। ਇਸ ਰੋਵਰ ਦੇ ਵਿੱਚ 25 ਕੈਮਰੇ ਅਤੇ 2 ਮਾਈਕ੍ਰੋਫੋਨ ਲੱਗੇ ਹੋਏ ਹਨ। ਇਸ ਦੇ ਵਿੱਚ ਲੱਗੇ ਕੈਮਰੇ ਕੁਝ ਵਿਸ਼ੇਸ਼ ਦਿਖਾਈ ਦਿੰਦੇ ਹਨ। ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਰੋਵਰ ਸਫੇਦ ਰੰਗ ਦੇ ਪੈਰਾਸ਼ੂਟ ਦੇ ਸਹਾਰੇ ਮੰਗਲ ਗ੍ਰਹਿ ਦੀ ਸਤ੍ਹਾ ਦੇ ਉੱਪਰ ਲੈਂਡ ਹੁੰਦਾ ਹੈ। ਇਹ ਵੀਡੀਓ 3 ਮਿੰਟ 25 ਸੈਕਿੰਡ ਦੀ ਹੈ। ਉੜਦੀ ਹੋਈ ਮਿੱਟੀ ਦੇ ਦੌਰਾਨ ਇਸ ਦੀ ਲੈਂਡਿੰਗ ਸਾਫ਼ ਤੌਰ ਦੇ ਉੱਪਰ ਮੰਗਲ ਗ੍ਰਹਿ ਤੇ ਦੇਖੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਪਲੈਨਟ ਦੇ ਉੱਪਰ ਲੈਂਡ ਕਰਨ ਦੇ 24 ਘੰਟਿਆਂ ਦੇ ਅੰਦਰ ਹੀ ਇਸ ਰੋਵਰ ਵੱਲੋਂ ਪਹਿਲੀ ਕਲਰਡ ਤਸਵੀਰ ਵੀ ਭੇਜੀ ਜਾ ਚੁੱਕੀ ਹੈ। ਦੱਸੀਏ ਕਿ ਮੰਗਲ ਗ੍ਰਹਿ ਤੇ ਗਿਆ ਨਾਸਾ ਦਾ ਇਹ ਸਭ ਤੋਂ ਵੱਡਾ ਰੋਵਰ ਹੈ। 1970 ਤੋਂ ਬਾਅਦ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਇਹ 9ਵੀਂ ਮੰਗਲ ਮੁਹਿੰਮ ਹੈ। ਇਸ ਰੋਵਰ ਦਾ ਮਕਸਦ ਹੈ ਕਿ ਪਤਾ ਲਗਾਇਆ ਜਾ ਸਕੇ ਕਿ ਧਰਤੀ ਤੋਂ ਇਲਾਵਾ ਹੋਰ ਕਿਸੇ ਪਲੈਨਟ ਦੇ ਉੱਪਰ ਜੀਵਨ ਹੈ ਜਾਂ ਫਿਰ ਕਦੇ ਹੋਇਆ ਕਰਦਾ ਸੀ। ਇਸ ਤਰ੍ਹਾਂ ਦੇ ਕਈ ਸਵਾਲਾਂ ਦੇ ਜਵਾਬ ਇਸ ਰੋਵਰ ਵੱਲੋਂ ਮੰਗਲ ਗ੍ਰਹਿ ਦੇ ਉੱਪਰ ਲੱਭੇ ਜਾਣਗੇ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਸੜਕ ਹਾਦਸੇ ਦੇ ਵਿੱਚ ਪੰਜਾਬੀ ਦੀ ਜਾਨ ਚਲੀ ਗਈ। ਇਸ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਗਿਆ। ਟਰੱਕ ਦੇ ਵਿੱਚ ਲੋਡ ਲੈ ਕੇ ਇਹ ਜਾ ਰਿਹਾ ਸੀ। ਅਚਾਨਕ ਟਰੱਕ ਪਲਟ ਗਿਆ, ਜਿਸ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ। ਅਮਰੀਕਾ ਤੋਂ ਖਬਰ ਸਾਹਮਣੇ ਆਈ, ਜਿੱਥੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਅਤੇ ਇਸ ਸੜਕ ਹਾਦਸੇ ਦੇ ਵਿੱਚ ਪੰਜਾਬੀ ਦੀ ਮੌਤ ਹੋ ਗਈ ਹੈ। ਇਸ ਪੰਜਾਬੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਦੱਸੀ ਗਈ ਹੈ। ਇਹ ਵਿਅਕਤੀ ਜੋ ਹਾਦਸੇ ਦਾ ਸ਼ਿਕਾਰ ਹੋਇਆ, ਇਹ ਪੰਜਾਬ ਦੇ ਪਲੱਥ ਤਹਿਸੀਲ ਪਿੰਡ ਮਕਸੂਦਪੁਰ ਦਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਜ਼ਿਲ੍ਹਾ ਕਪੂਰਥਲਾ ਪੈਂਦਾ ਹੈ। ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਇਹ ਅਮਰੀਕਾ ਗਿਆ ਸੀ, ਜਿੱਥੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਸੜਕ ਹਾਦਸਾ ਅਮਰੀਕਾ ਦੇ ਸੂਬੇ ਟੈਕਸਸ ਦੇ ਵਿੱਚ ਵਾਪਰਿਆ, ਜਿੱਥੇ ਇਸ ਦੀ ਜਾਨ ਚਲੀ ਗਈ। ਗੁਰਪ੍ਰੀਤ ਸਿੰਘ ਦੀ ਉਮਰ 29 ਸਾਲ ਦੱਸੀ ਗਈ ਹੈ, ਜੋ ਕਿ ਰੋਜ਼ੀ ਰੋਟੀ ਕਮਾਉਣ ਦੇ ਚੱਲਦਿਆਂ 2010 ਦੇ ਵਿੱਚ ਅਮਰੀਕਾ ਗਿਆ ਸੀ। ਉੱਥੇ ਕੈਲੀਫੋਰਨੀਆ ਦੇ ਫੰਟਾਨਾ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਅਤੇ ਟਰਾਲਾ ਚਲਾਉਂਦਾ ਸੀ। ਟੈਕਸਸ ਦੇ ਵਿੱਚ ਉਹ ਟਰਾਲਾ ਲੋਡ ਕਰਕੇ ਵਾਪਸ ਕੈਲੀਫੋਰਨੀਆ ਆ ਰਿਹਾ ਸੀ। ਰਸਤੇ ਦੇ ਵਿੱਚ ਅਚਾਨਕ ਕਿਸੇ ਕਾਰਨ ਉਸ ਦਾ ਟਰਾਲਾ ਪਲਟ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਜਾਣਕਾਰੀ ਪਰਿਵਾਰ ਨੂੰ ਉਹਨਾਂ ਦੇ ਉੱਥੋਂ ਅਮਰੀਕਾ ਦੇ ਵਿੱਚ ਰਹਿੰਦੇ ਦੂਜੇ ਬੇਟੇ ਤਲਵਿੰਦਰ ਸਿੰਘ ਨੇ ਦਿੱਤੀ। ਜੋ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਇਆ, ਉਹ ਅਜੇ ਅਮਰੀਕਾ ਦੇ ਵਿੱਚ ਕੱਚਾ ਸੀ। ਹਾਦਸੇ ਦੇ ਵਿੱਚ ਮਰਨ ਵਾਲੇ ਗੁਰਪ੍ਰੀਤ ਨੇ ਹਾਲ ਹੀ ਦੇ ਵਿੱਚ 4.5 ਲੱਖ ਦੀ ਸੇਵਾ ਦਿੱਲੀ ਬਾਰਡਰਾਂ ਦੇ ਉੱਪਰ ਜੋ ਕਿਸਾਨ ਨੇ ਉਹਨਾਂ ਦੇ ਲਈ ਕੀਤੀ ਸੀ। ਅਜਿਹੇ ਦੇ ਵਿੱਚ ਪਰਿਵਾਰ 'ਚ ਅਤੇ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ 2 ਭਾਰਤੀ ਧੋਖਾਧੜੀ ਜਿਨ੍ਹਾਂ ਵੱਲੋਂ ਕੀਤੀ ਜਾ ਰਹੀ ਸੀ, ਉਹਨਾਂ ਦੇ ਉੱਪਰ ਦੋਸ਼ ਤੈਅ ਕਰ ਦਿੱਤੇ ਗਏ ਨੇ। ਹੁਣ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ 20 ਸਾਲ ਦੀ ਕੈਦ ਹੋ ਸਕਦੀ ਹੈ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ 2 ਭਾਰਤੀਆਂ ਦੇ ਉੱਪਰ ਧੋਖਾਧੜੀ ਦੇ ਦੋਸ਼ ਤੈਅ ਕਰ ਦਿੱਤੇ ਗਏ ਨੇ। ਅਜਿਹੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੋਹਾਂ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਇਹਨਾਂ 2 ਭਾਰਤੀਆਂ ਦੇ ਉੱਪਰ ਦੋਸ਼ ਹਨ ਕਿ ਇਹਨਾਂ ਨੇ 2 ਬਜ਼ੁਰਗਾਂ ਦੀ ਪਹਿਚਾਣ ਨੂੰ ਚੋਰੀ ਕੀਤਾ ਅਤੇ ਧੋਖਾਧੜੀ ਨੂੰ ਅੰਜਾਮ ਦਿੱਤਾ। ਡਿਪਾਰਟਮੈਂਟ ਆਫ ਜਸਟਿਸ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਮੁਤਾਬਕ ਇੱਕ ਦਾ ਨਾਮ ਪ੍ਰਦੀਪ ਸਿੰਘ ਹੈ, ਜਿਸ ਦੀ ਉਮਰ 41 ਸਾਲ ਹੈ ਤੇ ਦੂਸਰੇ ਦਾ ਨਾਮ ਸੁਮੇਰ ਪਟੇਲ ਹੈ, ਜਿਸ ਦੀ ਉਮਰ 37 ਸਾਲ ਦੱਸੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ 20 ਸਾਲ ਦੀ ਇਸ ਮਾਮਲੇ ਦੇ ਵਿੱਚ ਸਜ਼ਾ ਹੋ ਸਕਦੀ ਹੈ। ਪ੍ਰਦੀਪ ਸਿੰਘ ਪਰਮਾਰ ਨੂੰ ਪਹਿਚਾਣ ਚੋਰੀ ਕਰਨ ਦੇ ਦੋਸ਼ ਦੇ ਵਿੱਚ 2 ਸਾਲ ਦੀ ਵਾਧੂ ਸਜ਼ਾ ਵੀ ਹੋ ਸਕਦੀ ਹੈ। ਦੱਸੀਏ ਕਿ ਇਸ ਮਾਮਲੇ ਦੇ ਵਿੱਚ ਭਾਰਤ ਦੇ ਅਹਿਮਦਾਬਾਦ ਤੋਂ ਕਾਲ ਸੈਂਟਰ ਚਲਾਉਣ ਵਾਲੇ ਸਾਜਦ ਪਠਾਨ ਨੂੰ ਪਹਿਲਾਂ ਹੀ 15 ਜਨਵਰੀ ਨੂੰ ਦੋਸ਼ੀ ਪਾਇਆ ਗਿਆ।
ਇਹਨਾਂ ਸਾਰਿਆਂ ਵੱਲੋਂ ਇੱਕ ਗੈਂਗ ਬਣਾ ਕੇ ਅਮਰੀਕਾ ਦੇ ਬਜ਼ੁਰਗਾਂ ਦੇ ਨਾਲ ਕਾਲ ਸੈਂਟਰ ਤੋਂ ਗੱਲ ਕੀਤੀ ਜਾਂਦੀ ਸੀ ਅਤੇ ਉਹਨਾਂ ਨੂੰ ਫਸਾ ਕੇ ਉਹਨਾਂ ਦੀ ਪਹਿਚਾਣ ਜਾਣੀ ਕਿ ਆਈਡੈਂਟੀਟੀ ਹਾਸਲ ਕਰਕੇ ਪੈਸਾ ਟ੍ਰਾਂਸਫਰ ਕੀਤਾ ਜਾ ਰਿਹਾ ਸੀ। ਅਜਿਹਾ ਕਰਨ ਦੇ ਵਾਸਤੇ ਵੱਖ-ਵੱਖ ਤਰੀਕੇ ਇਹਨਾਂ ਵੱਲੋਂ ਅਪਣਾਏ ਜਾਂਦੇ ਸਨ। ਇਸ ਸਭ ਤੋਂ ਬਾਅਦ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਵੱਲੋਂ ਇਹਨਾਂ ਦੇ ਉੱਪਰ ਜਾਂਚ ਕੀਤੀ ਗਈ। ਇਸ ਗੈਂਗ ਵੱਲੋਂ ਅਮਰੀਕਾ ਦੇ ਲੋਕਾਂ ਤੋਂ ਕਰੋੜਾਂ ਡਾਲਰ ਠੱਗੇ ਗਏ। ਇਨਵੈਸਟੀਗੇਸ਼ਨ ਜਾਣੀ ਕਿ ਜਾਂਚ ਕਰਨ ਤੋਂ ਬਾਅਦ ਇਹਨਾਂ ਦੇ ਉੱਪਰ ਹੁਣ ਦੋਸ਼ ਤੈਅ ਕਰ ਦਿੱਤੇ ਗਏ ਨੇ। ਕਿਹਾ ਜਾ ਰਿਹਾ ਹੈ ਕਿ ਹੁਣ ਇਹਨਾਂ ਨੂੰ 20-20 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕਿਊਬੈਕ ਦੇ ਵਿੱਚ ਆਮ ਲੋਕਾਂ ਨੂੰ ਅਗਲੇ ਹਫ਼ਤੇ ਲੱਗਣਗੇ ਟੀਕੇ। 84 ਸਾਲ ਅਤੇ ਵੱਧ ਉਮਰ ਵਾਲਿਆਂ ਨੂੰ ਲਗਾਏ ਜਾਣਗੇ ਟੀਕੇ। ਅਲਬਰਟਾ ਵਾਸੀਆਂ ਨੂੰ ਨਹੀਂ ਮਿਲੇਗੀ ਕੋਰੋਨਾ ਪਾਬੰਦੀਆਂ ਤੋਂ ਰਾਹਤ। 1 ਮਾਰਚ ਬਾਅਦ ਹੀ ਆਵੇਗਾ ਫੈਸਲਾ। ਟਰੂਡੋ ਨੇ ਦਿੱਤੀਆਂ ਖੇਤੀਬਾੜੀ ਦਿਵਸ ਦੀਆਂ ਵਧਾਈਆਂ। ਖੇਤੀਬਾੜੀ ਦੇ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਕੀਤਾ ਧੰਨਵਾਦ। ਐਕਸਪ੍ਰੈਸ ਐਂਟਰੀ ਵਾਲਿਆਂ ਦੇ ਲਈ ਖੁਸ਼ਖਬਰੀ, ਸਕਿਲਡ ਵਰਕਰਸ ਵੀ ਕਰ ਸਕਦੇ ਨੇ ਅਪਲਾਈ। ਸਰੀ 'ਚ ਅਪ੍ਰੈਲ ਤੋਂ ਸਤੰਬਰ ਤੱਕ ਵੱਡੇ ਪੱਧਰ ਤੇ ਲੱਗਣਗੇ ਟੀਕੇ। 4 ਸੈਂਟਰਾਂ ਦੀ ਹੋਈ ਟੀਕੇ ਲਗਾਉਣ ਦੇ ਲਈ ਚੋਣ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।